ਲਾਗੈ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ। ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੈ ਮੇਰਾ। ਸਤਿਗੁਰੂ ਗਰੀਬ ਨਵਾਜ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ, ਦੀਨ ਦੁਨੀਆ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸਜੀ ਹੋਈ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਪੰਥ ਦੇ ਵਾਲੀ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ, ਪ੍ਰੇਮ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਦਰਸ਼ਨ ਹੋ ਰਹੇ। ਮਹਾਰਾਜ ਦੇ ਗੁਰਬਾਣੀ ਵਿੱਚ ਬਚਨ ਹਨ, ਜੋ ਸੁਖ ਦਰਸ਼ਨ ਪੇਖ ਤੇ ਪਿਆਰੇ, ਮੁਖ ਤੇ ਕਹਿਣ ਨਾ ਜਾਏ। ਜੋ ਗੁਰੂ ਦੇ ਦਰਸ਼ਨਾਂ ਵਿੱਚ ਸੁਖ ਹੈ, ਹਜ਼ੂਰ ਕਹਿੰਦੇ ਰਸਨਾ ਤੋਂ ਕਿਹਾ ਹੀ ਨਹੀਂ ਜਾ ਸਕਦਾ, ਇੰਨਾ ਸੁਖ ਮਿਲਦਾ ਮਹਾਰਾਜ ਦੇ ਦਰਸ਼ਨ ਕਰਕੇ। ਜਨਮ ਮਰਨ ਦਾ ਗੇੜਾ ਕੱਟ ਦਿੰਦੇ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ। ਦਰਸ਼ਨ ਗ੍ਰੰਥ ਜੀ ਕੇ ਪਾਪ ਕੱਟੇ ਛਿਨ ਮਾਹੇ, ਬਾਣੀ ਕੇ ਪੜੇ ਤੇ ਕੋਟ ਤੀਰਥ ਨਹਾਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਕਰੋੜਾਂ ਪਾਪਾਂ ਦਾ ਨਾਸ ਹੁੰਦਾ ਹੈ, ਕਰੋੜਾਂ ਪੁੰਨਾਂ ਦੀ ਪ੍ਰਾਪਤੀ ਹੁੰਦੀ ਹੈ। ਆਪ ਸਭ ਸੰਗਤਾਂ ਵਡਭਾਗੇ ਹੋ ਜੋ ਪੰਜਾਬ ਦੀ ਧਰਤੀ ਤੋਂ ਇੰਨੇ ਦੂਰ ਬੈਠਿਆ ਹੋਇਆ ਵੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਗੁਰੂ ਕੀ ਸੰਗਤ ਕਰਨ ਵਾਸਤੇ ਹਰ ਵੇਲੇ ਮਨ ਵਿੱਚ ਚਾਅ ਬਣਿਆ ਰਹਿੰਦਾ ਹੈ। ਧਰਮ ਦੀ ਕਿਰਤ ਕਰਦਿਆਂ ਹੋਇਆ ਕੋਈ ਪੜ੍ਹਾਈ ਕਰ ਰਿਹਾ ਹੈ, ਸਟੂਡੈਂਟ ਆਣ ਕੇ, ਪਰ ਮਹਾਰਾਜ ਦੇ ਦਰਸ਼ਨਾਂ ਨੂੰ ਹਰ ਵੇਲੇ ਮੁੱਖ ਰੱਖਦੇ ਹੋ, ਗੁਰੂ ਕੀ ਸੰਗਤ ਨੂੰ ਮੁੱਖ ਰੱਖਦੇ ਹੋ ਕਿ ਗੁਰੂ ਕੀ ਸੰਗਤ ਜ਼ਰੂਰ ਕਰਨੀ ਹੈ, ਗੁਰੂ ਕੇ ਦਰਸ਼ਨ ਜ਼ਰੂਰ ਕਰਨੇ ਹੈ, ਸਤ ਸੰਗਤ ਕਰਨੀ ਹੈ, ਸੇਵਾ ਸਿਮਰਨ ਦੀ ਦਾਤ ਮਹਾਰਾਜ ਦੇ ਚਰਨਾਂ ਚੋਂ ਪ੍ਰਾਪਤ ਕਰਨੀ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਾਤ ਲੋਕ ਦੀ ਧਰਤੀ ਤੇ ਸਰੀਰ ਵਿੱਚ ਆਣ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਜੋਤ ਨੇ ਸੰਸਾਰ ਦਾ ਭਲਾ ਕਰਨ ਵਾਸਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ। ਜਿੰਨਾ ਸਮਾਂ ਮਹਾਰਾਜ ਆਪਣੇ ਮਾਤਾ ਪਿਤਾ ਦੇ ਕੋਲੇ ਰਹੇ, ਫਿਰ ਵੱਡੇ ਭੈਣ ਜੀ ਬੇਬੇ ਨਾਨਕੀ ਦੇ ਬੇਨਤੀ ਕਰਨ ਤੇ ਪਿਤਾ ਜੀ ਕੋਲੋਂ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੇ ਲੈ ਆਏ। ਇੱਥੇ ਮਹਾਰਾਜ ਨੇ ਮਹਾਨ ਕੌਤਕ ਕੀਤੇ, ਵਿਆਹ ਕਾਰਜ ਹੋਏ। ਫਿਰ ਮਹਾਰਾਜ ਵੇਈ ਵਿੱਚ ਟੂਬੀ ਮਾਰ ਕੇ ਵਾਹਿਗੁਰੂ ਪਰਮੇਸ਼ਰ ਦੇ ਕੋਲ ਮੂਲ ਮੰਤਰ ਦਾ ਪਾਠ ਲਿਆਣ ਕਰਕੇ ਤੇ ਦੁਨੀਆ ਦਾ ਭਲਾ ਕਰਨ ਵਾਸਤੇ ਭਾਈ ਬਾਲੇ ਤੇ ਮਰਦਾਨੇ ਨੂੰ ਲੈ ਕੇ ਭਾਈ ਗੁਰਦਾਸ ਜੀ ਕਹਿੰਦੇ ਚੜਿਆ ਸੋਧਣ ਧਰਤ ਲੁਕਾਈ। ਦੁਨੀਆ ਦਾ ਭਲਾ ਕਰਨ ਵਾਸਤੇ ਸੱਚੇ ਪਾਤਸ਼ਾਹ ਸ੍ਰੀ ਸੁਲਤਾਨਪੁਰ ਸਾਹਿਬ ਦੀ ਧਰਤੀ ਤੋਂ ਇਹ ਕਾਰਜ ਆਰੰਭ ਕੀਤਾ ਹੈ। ਪਹਿਲਾ ਪੜਾਅ ਇਤਿਹਾਸਕਾਰ ਲਿਖਦੇ ਹੈ ਕਿ ਸ੍ਰੀ ਗੋਂਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਮਹਾਰਾਜ ਨੇ ਕੀਤਾ ਹੈ। ਪਹਿਲੀ ਰਾਤ ਹਜ਼ੂਰ ਇੱਥੇ ਰਹੇ। ਇੱਕ ਜ਼ਿਮੀਂਦਾਰ ਨੂੰ ਪਤਾ ਲੱਗਾ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਏ ਹੈ, ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਨੇ ਛੱਲੀਆਂ ਭੁੰਨ ਕੇ
महाराज वास्ते लियांदियां। महाराज नूं प्रेम नाल छकाइयां, जल पानी छकाया ते महाराज बचन कहन लगे, सिखा जिहड़ा तू लंगर लाया है ना, इहदा फल इह होएगा कोई समा पा के ऐसा रब दा प्यारा इत्थे आवेगा, रहिंदी दुनिया ताईं इत्थे लंगर चला देवेगा। धन गुरु अमरदास साहब सच्चे पातशाह ने महान सेवा करके ते ओ श्री गोंदवाल साहब दी नगरी वसाई, जिसनों भट्टा ने लिखिया है, गोबिंदवाल गोबिंदपुरी सम जलन 30 बपास बनायो। जलन भट्ट लिखदा है भी गुरु अमरदास साहब जी ने परमेश्वर दी पुरी दे समान श्री गोंदवाल साहब दी धरती वसाई, सेवा करके पूरने पा दिते सेवा दे। ते बाणी विच ऐं लिख दिता, सतगुरु की सेवा सफल है, जे को करे चित लाए, मन चंदिया फल पावना, हौमै विचों जाए। हजूर पंथ दे वाली श्री गुरु गोबिंद सिंह साहब सच्चे पातशाह एक बार श्री आनंदपुर साहब संगतां नूं गुरमत दृढ़ करवा रहे सी ते महाराज ने बचन किया कि भाई लहणे वर्गा कोई भाणे विच रहण वाला सिख नहीं होया, उन्हां वर्गा कोई सिख नहीं होया जिन्ना भाणे विच भाई लहणा जी रहे। महाराज दे हुक्म नूं हर वेले सत करके मन्निया ते गुरु अमरदास साहब जी वर्गा को सेवादार नहीं, टहलुआ नहीं दुनिया ते होया। गुरु रामदास साहब वर्गा को रिश्तेदार नहीं होया ते गुरु अर्जन साहब वर्गा आज्ञाकार को सुपुत्र नहीं। ऐसा महाराज ने वचन किया ते इस धरती ते सतगुरु सच्चे पातशाह ने 22 साल रह करके गुरु की सिक्खी दा भारी प्रचार किया। इस पावन जगह तो श्री गोंदवाल साहब की धरती तो ही महाराज ने सारे हिंदुस्तान विच सिक्खी दे प्रचार करने वास्ते 22 सिखां दी ड्यूटी लाई अते 72 पीढ़े बीबियां भैणां नूं बख्शिश कीते। बड़ी वड्डी सोच सी हजूर दी कि जिथे गुरु के सिख सिक्खी दा प्रचार कर सकते हैं, उत्थे सिक्खी दे प्रचार वल्लों बीबियां भी किसी बन्नेओं घट नहीं रहणगीआं। सच्चे पातशाह महाराज ने सिक्खी दे प्रचार वास्ते जदों हिंदुस्तान दे 22 सूबियां विच 22 सिखां नूं भेजिया है ना, तां महापुरख भी वचन करदे है कि गुरु साहब जी जदों किसी सिख नूं किसी कारज वास्ते भेजदे सी, उस वेले उन्होंने गुरु घर दी शक्ति दे के भेजिया करदे सी, तां ही सिक्खी दा प्रचार होया करदा सी। तो एक दिन बाबा बुढ़ा साहब जी ने जानिया कि पहले 2 स्वरूपां ने तां शक्ति अपने हाथ विच रखी एक थां ते तीसरे पातशाह ने शक्ति नूं अगे 22 सिखां विच भी वंड दिता सिक्खी दे प्रचार वास्ते, कोई फर्क ना पै गया होवे। सच्चे पातशाह ने फिर अंतरजामता दे नाल बाबा बुढ़ा साहब जी नूं दृढ़ करवा दिता कि ये श्री गुरु नानक साहब जी का जिहड़ा खजाना शक्तियां दा मुकण वाला नहीं, ये सारे संसार ते गुरु की सिक्खी दा बीज बीजिया जावेगा। पंथ दियां गुरु की सिक्खी दियां चढ़दियां कला होणगियां। अज तुसीं शाख हाथ वेख रहे हो। कई वारां जदों साडे भरा नैगेटिव वाले पासे आउंदे आ, कहिंदे असीं कुछ कर नहीं सके, मेरे मन विच विचार आउंदी है कि 300 साल अजे होए हजूर पंथ दे वाली
ਸਰੀਰ ਕਰਕੇ ਸ੍ਰੀ ਹਜ਼ੂਰ ਸਾਹਿਬ ਤੋਂ ਸਾਡੇ ਕੋਲੋਂ ਸਰੀਰ ਕਰਕੇ ਗਿਆ। ਉਸ ਤੋਂ ਬਾਅਦ ਸਿੱਖੀ ਦੇ ਵੱਡੇ ਇਮਤਿਹਾਨ ਹੋਏ ਐ। ਬਾਬਾ ਬੰਦਾ ਸਿੰਘ ਬਹਾਦਰ ਵੇਲੇ ਕਿੰਨੀਆਂ ਸਖਤ ਇਮਤਿਹਾਨ ਹੋਏ ਸਿੱਖੀ ਦੇ। ਮੀਰ ਮੰਨੂ ਵੇਲੇ ਕਿੰਨੇ ਸਖਤ ਇਮਤਿਹਾਨ ਹੋਏ ਸਿੱਖੀ ਦੇ। ਕਦੇ ਅਹਿਮਦ ਸ਼ਾਹ ਅਬਦਾਲੀ ਆ ਗਿਆ, ਕਦੇ ਲਖਪਤ ਆ ਗਿਆ, ਕਦੇ ਜਸਪਤ ਆ ਗਿਆ। ਤੇ ਸਿੱਖਾਂ ਤੇ ਕਿੰਨਾ ਕਹਿਰ ਦਾ ਸਮਾਂ ਆਇਆ। ਕੋਈ ਐਸਾ ਸਮਾਂ ਵੀ ਆਇਆ ਕਿ ਜਦੋਂ ਜ਼ਾਲਮਾਂ ਨੇ ਕਹਿ ਦਿੱਤਾ ਕਿ ਇਹਨਾਂ ਨੂੰ ਇੱਕਦਮ ਰਹਿਣ ਨਹੀਂ ਦੇਣਾ, ਉਸ ਵੇਲੇ ਵੀ ਖਾਲਸੇ ਦੀ ਚੜ੍ਹਦੀ ਕਲਾ ਰਹੀ। ਉਹ ਵੀ ਖਾਲਸੇ ਤੇ ਸਮਾਂ ਆਇਆ ਜਿਸ ਦਿਨ ਵੱਡੇ ਕੱਲੂ ਘਾਰੇ ਵਿੱਚ 60,000 ਸਿੱਖਾਂ ਦੀ ਗਿਣਤੀ ਸੀ ਤੇ ਇੱਕੇ ਦਿਨ ਵਿੱਚ 30,000 ਸਿੱਖ ਸ਼ਹੀਦ ਹੋ ਗਿਆ। ਪਰ ਫਿਰ ਵੀ ਇਹਨਾਂ ਹੌਸਲਾ ਨਹੀਂ ਹਾਰਿਆ। ਇੰਨੇ ਇਮਤਿਹਾਨਾਂ ਦੀ ਘੜੀ ਵਿੱਚੋਂ ਪਾਸ ਹੁੰਦਿਆਂ ਵੀ ਅੱਜ ਜੇ ਮੈਂ ਸਾਰੇ ਆਲ ਵਰਲਡ ਵਿੱਚ ਸਿੱਖਾਂ ਵੱਲ ਦਰਸ਼ਨ ਕਰਦਾ ਸਿੱਖੀ ਦੇ, ਤੇ ਫਿਰ ਵੀ ਮਹਾਰਾਜ ਨੂੰ ਯਾਦ ਕਰਕੇ ਕਹੀਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਹੜਾ ਆਪ ਜੀ ਨੇ ਸਿੱਖੀ ਦਾ ਬੂਟਾ ਲਾਇਆ ਉਹ ਚੜ੍ਹਦੀ ਕਲਾ ਵਿੱਚ ਹੈ। ਸੱਚੇ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰਹੇ। ਕਈ ਵਾਰ ਮੈਂ ਛੋਟੇ ਇੱਕ ਟਰੈਕਟਰ ਤੇ ਵੀ ਲਿਖਿਆ ਹੋਇਆ ਪੜ੍ਹਿਆ, ਛਾਪਿਆ ਸੀ ਕਿਸੇ ਨੇ, ਤੇ ਕਈ ਪ੍ਰਚਾਰਕ ਵੀ ਕਹਿ ਦਿੰਦੇ ਕਿ ਇੱਕ ਅੰਗਰੇਜ਼ ਪ੍ਰੀਸਟ ਨੇ ਕਿਹਾ ਕਿ ਸਿੱਖੋ ਤੁਸੀਂ ਕੁਝ ਕਰ ਨਹੀਂ ਸਕੇ, ਤੁਹਾਡੀ ਕੌਮ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਨਮ ਲਿਆ, ਤੁਹਾਡੇ ਵਾਸਤੇ ਪਰਿਵਾਰ ਵਾਰਿਆ। ਜੇ ਸਾਡੀ ਕੌਮ ਵਿੱਚ ਜਨਮ ਲੈਂਦੇ ਅਸੀਂ ਸਾਰੀ ਆਲ ਵਰਲਡ ਵਿੱਚ ਆਪਣੇ ਧਰਮ ਨੂੰ ਫੈਲਾ ਦਿੰਦੇ। ਇਹ ਉਹਦਾ ਬਚਨ ਜਿਹੜਾ 100% ਨਹੀਂ 110% ਗਲਤ ਹੈ। ਸਾਧ ਸੰਗਤ ਜੀ, ਸਿੱਖੀ ਦੇ ਮਾਰਗ ਤੇ ਤੁਰਨਾ ਕੋਈ ਸੌਖੀ ਗੱਲ ਨਹੀਂ। ਖੰਨਿਓ ਤਿੱਖੀ ਵਾਲੋਂ ਨਿੱਕੀ ਏਤ ਮਾਰਗ ਜਾਣਾ। ਸਾਧ ਸੰਗਤ ਜੀ, ਜਿਹੜੇ ਸਿੱਖੀ ਦੇ ਰਸਤੇ ਤੇ ਤੁਰ ਰਹੇ ਹੋ, ਇਹ ਮਹਾਰਾਜ ਦੀ ਬੜੀ ਭਾਰੀ ਬਖਸ਼ਿਸ਼ ਹੈ। ਸਾਰੇ ਦੇਸ਼ਾਂ ਵਿੱਚ, ਕਈਆਂ ਦੇਸ਼ਾਂ ਵਿੱਚ ਮਹਾਂਪੁਰਖਾਂ ਦੇ ਨਾਲ ਜਾਣ ਦਾ ਸਮਾਂ ਪ੍ਰਾਪਤ ਹੋਇਆ ਹੈ। ਤਿਆਰ ਬੁਰ ਤਿਆਰ ਸਿੰਘ ਧਰਮ ਦੀ ਕਿਰਤ ਕਰਦੇ ਹੋਏ ਚੜ੍ਹਦੀ ਕਲਾ। ਮਹਾਂਪੁਰਖ ਵੀ ਅੱਜ ਦੇ ਸਵੇਰ ਦੇ ਜਦੋਂ ਸਿੱਖਾਂ ਦੇ ਘਰਾਂ ਵਿੱਚ ਜਾ ਰਹੇ ਆ, ਸਿੱਖੀ ਪ੍ਰਫੁੱਲਤ ਵੇਖ ਕੇ ਮਹਾਂਪੁਰਖ ਕਹਿੰਦੇ ਰੋਮ ਰੋਮ ਆਨੰਦ ਪ੍ਰਸੰਨ ਹੋ ਰਹੇ ਵੀ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜੇ ਸਿੱਖੀ ਵਾਸਤੇ ਆਪ ਜੀ ਨੇ ਸਾਰਾ ਪਰਿਵਾਰ ਵਾਰ ਦਿੱਤਾ। ਗੁਰੂ ਕੇ ਸਿੱਖ ਚੜ੍ਹਦੀਆਂ ਕਲਾ ਵਿੱਚ ਪ੍ਰਦੇਸ਼ਾਂ ਵਿੱਚ ਬੈਠੇ ਹੋਏ ਵੀ ਚੰਗੇ ਕਾਰੋਬਾਰ ਧਰਮ ਦੀ ਕਿਰਤ ਕਰਦਿਆਂ ਹੋਇਆ ਗੁਰੂ ਕੇ ਚਰਨਾਂ ਨਾਲ ਜੁੜੇ ਹੋਏ ਐ। ਸੋ ਜਿਨ੍ਹਾਂ ਨੇ ਅਜੇ ਤਾਈਂ ਸਿੱਖੀ ਧਾਰਨ ਨਹੀਂ ਕੀਤੀ, ਉਹਨਾਂ ਕੋਲ ਬੇਨਤੀ ਹੈ, ਸਭ ਤੋਂ ਪਹਿਲਾਂ ਤਾਂ ਕੇਸਾ ਧਾਰੀ ਹੋਵੋ, ਸਿੰਘ ਵੀ ਤੇ ਬੀਬੀਆਂ ਵੀ। ਬਹੁਤੇ ਤਾਂ ਤੁਸੀਂ ਜੋ ਆ ਰਹੇ ਹੋ ਸਿੱਖੀ ਸਰੂਪ ਵਿੱਚ ਹੋ। ਜੇ ਕੋਈ ਬੱਚੇ ਹੁਣ ਦੇਸ਼ ਤੋਂ ਆਏ ਹੋਣ ਜਾਂ ਇੱਥੋਂ ਦੇ ਜੰਮਪਲ ਹੋਣ ਜਿਨ੍ਹਾਂ ਸਿੱਖੀ ਨਹੀਂ ਧਾਰਨ ਕੀਤੀ, ਕੇਸਾ ਧਾਰੀ ਨੇ, ਉਹਨਾਂ ਕੋਲ ਹੱਥ ਜੋੜ ਕੇ ਬੇਨਤੀ ਹੈ, ਕਿਉਂਕਿ ਰੱਬ ਦੇ ਪਿਆਰਿਆਂ ਦਾ ਸੰਸਾਰ ਤੇ ਆਉਣਾ ਹੋਰ ਕੋਈ ਮੰਤਵ ਨਹੀਂ ਹੁੰਦਾ। ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਜਨ ਆਮਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ। ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਹੀ ਗੁਰੂ ਦੇ ਚਰਨਾਂ ਨਾਲ ਪਿਆਰ ਜੁੜਦਾ ਹੈ, ਗੁਰੂ ਕੀ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ।
सचखंड वासी महापुरख संत ज्ञानी करतार सिंह जी खालसा वचन करया करते सन कि सिख दा जीवन ऐसा होना चाहिए, सिख जेड़ी गली महल्ले थानी लंघ जे उथों दे लोग सिख बन जाण। एडा वड्डा उच्चा सुच्चा जीवन सिख दा होना चाहिए। सो हथ जोड़ के बेनती है, बड़ी महाराज साहब जी ने कृपा की, जिथे सतगुरु सच्चे पातशाह के दर्शन कर रहे हो, गुरु की संगत के दर्शन कर रहे हो, उथे मीरी पीरी दे मालक धन धन श्री गुरु हरगोबिंद साहब जी दे दरों घरों वरोस आए होए विधि चंद शीना गुरु का सीना। महाराज ने बहुत वड्डी कृपा की, सेवा ते खुश हो करके कहा सी, सदा सांझ तेरी पुश्तैनी निभै गुर कर संग सुखैनी। बाबा विधि चंद साहब जी गुरु नानक दे घर दी जिहड़ी सांझ आ रहिंदी दुनिया ताईं ताडे परिवार नाल बनी रहेगी। सच्चे पातशाह महाराज ने कृपा की। अज बाबा विधि चंद साहब जी दे 12वें जानशीन महापुरख संत बाबा अवतार सिंह जी ਸਿੰਘਾਂ ਦੇ ਸਮੇਤ गुरु के चरणों विच पहुंचे हैं। गुरु की सिक्खी दे प्रचार वास्ते रब दे प्यारियां दा संसार दे आउण दा मंतव भी इहो हुंदा है, आप गुरु के चरणों नाल जुड़ना ते होरना संगतां लो बेनती करते रहना। संत ज्ञानी करतार सिंह जी खालसा वचन करया करते सन कि मनुखा जन वड्डिया भागा करके मिलता है। जिवें बोड़ दा वड्डा रुख है, जिन्ने उसनूं पत्ते लगदे इन्ने श्रेष्ठ कर्म कीते हुण फिर मनुखिया जन्म की प्राप्ति हुंदी है। जिन्नियां बोड़ नूं गोलां लगदियां है, इन्ने श्रेष्ठ कर्म कीते हुण फिर गुरु के सिखां दे घर में जन्म मिलता है। जिन्ने गोलां दे बीज हन, इन्ने श्रेष्ठ कर्म कीते हुण फिर गुरु की संगत प्राप्त हुंदी है। जे तिन्नां दा जोड़ ला लईए, पत्तियां दा, गोलां दा ते गोलां दे बीजां दा, इन्ने श्रेष्ठ कर्म कीते हुण फिर खंडे बाटे दे अमृत दी प्राप्ति हुंदी है। पीवो पाल खंडे तार होवे जन्म सुहेला। इस करके हाथ जोड़ के बेनती है, महापुरखों वालों भी दास वालों भी कुछ महीनों बाद इस पावन स्थान ते खंडे बाटे दा अमृत तैयार हुंदा रहिंदा है। सो हुण भी गुरु घर दे प्रबंधकां ने वो जिहड़ा समा है 8 तरीक का शनिचरवार का 1 बजे का टाइम है। से गुरु का जहाज चलना है। सतगुरु कै जन्म में गवन मटाया। सतगुरु दे घर में जन्म लैण नाल आउण जाण दा हजूर कहंदे गेड़ा मुक जांदा है। एक सीधा जिहा लौकिक प्रमाण है कि किसी का पिता अफसर होवे, चंगे अहुदे ते होवे, ਉਹਦੇ ਬੱਚੇ ਨੂੰ बड़ा माण ਹੁੰਦਾ है कि मेरा पिता अफसर है, ਉੱਚੇ अहुदे ते है। पर साध संगत जी जिसनों ये माण प्राप्त हो जावे कि मेरे पिता धन गुरु गोबिंद सिंह साहब जी है, इदों वड्डा माण होर हो नहीं सकता। गुरु के सपुत्र सपुत्रियां बनना कोई सौखी गल नहीं, बहुत वड्डे भाग होण फिर गुरु के घर में जन्म हुंदा है। गुरु के साहिबजादे बनदा, गुरु के सपुत्र ते सपुत्रियां बनदा सब तो जिहड़ा सौखा तरीका है वो इहो है कि खंडे बाटे दा अमृत छकना। गुरु के साहिबजादे वो खवाए
ਜਾਂ ਫਿਰ ਜਿਹੜੇ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਵਿੱਚ ਗगन ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ खेत जो मांडियो सूरमा अब जूझन को दाओ सूरा सो पहचानिए जो लरे दीन के हेत पुरजा पुरजा कट मरे कबू ना छाड़े खेत ओ गुरु के साहबजादे खवाए कि जां फिर होर एक तरीका है अपने आप नूं कंधां विच चढ़वा लेना इट्टां नहीं छांगियां जालमां ने ते गिट्टे छांगे साहबजादियां दे ज्यों ज्यों कंध उपर नूं उसर के आ रही है त्यों त्यों गुरु के साहबजादियां दे हौसले बुलंद हो रहे। उस वेले सूबा कह रहा सी एडी छोटी उम्र है दुनिया तो की लैके चले हो थोड़े जे केस कटा लो बस कलमा पढ़ लो जान बख्शी जा सकती है ਧੀਆਂ ਦੇ डोले दे दियांगा राज भाग दे मालक बना दियांगा। हजूर नौवें पातशाह दे बचन उत्थे साहबजादे चेते करे जो नार दुख मैं दुख नहीं माने सुख स्नेह और भैनी जाके कंचन माटी माने। उन्हां नूं दुख दे विच कोई दुख नहीं है दुख सुख नूं एक समान जानदे ज्ञानवान पुरख महापुरख रब दे प्यारे ब्रह्म ज्ञान की अवस्था जिन्हां नूं प्राप्त हो जाती है सुख स्नेह और भै नहीं जाके। एक बन्ने सूबा धीआं दे डोले लैके खलोता है ते हिंदुस्तान दे राज भाग की गल करे उहदे नाल कोई प्यार नहीं है उस सुख दे नाल ते एक बन्ने जलाद तलवार लैके खलोता है उहदे तो कोई डर नहीं है। इस अवस्था नूं सच्चे पातशाह नौवें पातशाह ने लिखे है जो नर दुख मैं दुख नहीं माने सुख स्नेह और भै नहीं जाके कंचन माटी माने। साध संगत जी उन्हां नूं सोना ते मिट्टी एक ही स्तर होया करदा है इस करके गुरु का जहाज चलना है वाहिगुरु नाम जहाज है चढ़े सोतरे पार जो शरदा कर सेम दे गुर पार उतारन हार। 8 तरीक नूं खंडे बाटे दे अंमृत की प्राप्ति वास्ते केसी इशनान करके 5 कारां दे धारनी हो करके ठीक 1 बजे गुरु घर पहुंच जाना है। सो महापुरख जिथे आप महाराज दे चरनां विच हाजरी लाउण वास्ते आए पहली बार बहुत बार संगतां ने बेनती कीती सी पर जदों समा महाराज ने बख्शिश करना हुंदा है उदों हाजरी लगती है। गुरु के चरनां विच हाजरी लवाउण वास्ते ते गुरु कीआं बख्शिशां जो सतगुरु गुरु हरगोबिंद साहब सच्चे पातशाह ने प्रसन्न हो करके जिस वेले आप हजूर ने चोला बदलना सचखंड नूं तैयारी कीती है सारे योधियां दियां जिवें बाबा बुढ़ा साहब जी दे सुपुत्र सी उन्हां दी ड्यूटी लाई दीने कांगड़ दा राजा जोध राय उहदे पुत्र दी उत्थे ड्यूटी लाई। इस तरह ही बाबा बधी चंद साहब जी दे सुपुत्र बाबा लाल चंद दी ड्यूटी नगर सुर सिंह विखे लाई अते गुरु कीआं बख्शिशां अपने गात्रे दा तेगा कुछ फोटो स्वरूप धन श्री गुरु ग्रंथ साहब के स्वरूप ये बख्शिशां दे के हजूर ने बचन किया तुसीं उत्थे नगर सुर सिंह जाओ गुरु की सिक्खी का प्रचार करना गुरस्थानां की सेवा कराउणी। उन्हां अखरां नूं इतिहास ने सुनहरी अखरां विच साਂਭ के रखिया होया है। विधि चंद को सुत मतवंता लाल चंद को कह भगवंता तो हित सुर सिंह राम मझारे भागमल सो सदन सुधारे मूर्त ग्रंथ सैंचियां लैके तय माता जो तरो सुख पैके। सो सच्चे पातशाह महाराज दियां बख्शियां दे 2 पावन शास्त्र धन श्री गुरु हरगोबिंद साहब जी दे गात्रे दा जो तेगा है ते बाबा बधी चंद साहब जी दे गात्रे दी तलवार वो बाबा जी नाल लैके आए है। वो संगतां नूं परसों
शाम के दीवान विच गुरु की हजूरी में दर्शन करवाए जाणगे। फिर ऐतवार नूं नगर कीर्तन विच हाजरी जिवें महापुरख चेचे तौर ते लाउण वास्ते पहुंचे है, उस दिन नगर कीर्तन की हाजरी विच महापुरख सतगुरु के चरणों विच हाजरी भरनगे अते नाल नाल गुरु की बख्शिशां दे दर्शन नगर कीर्तन विच भी संगतां नूं होणगे। सारियां संगतां ने चढ़दियां कला दे नाल हाजरी भरनी। धन सतगुरु श्री गुरु ग्रंथ साहिब जी का पहला प्रकाश गुरपुरब आप सब संगतां वल्लों बड़ी चढ़दी कला नाल मनाया जा रहा है। आई गुरदास जी के बचन हन, कुर्बानी तिन्हां गुरसिखां भाए भगत गुरपुरब करन दे। उन्हां सिखां तो आई गुरदास जी कहते मैं बलहार जाता जो शरधा प्रेम भावना दे नाल गुरु के पुरबां ते हाजरी भरदे है, गुरु के दर्शन करते है। आप सारियां संगतां वडभागे हो जो गुरु घर पहुंच के महाराज दे संगतां दे दर्शन करके सेवा ते सिमरन करके लाहा प्राप्त करे। वो मनुखा जन्म वड्डियां भागां करके मिलिया है। धन गुरु नानक साहब जी दे गुरबाणी विच ऐओं बचन आउंदे है, मानस जन्म दुलंभ गुरमुख पाया, मन तन होए चुलंभ जे सतगुर आया। सतगुरु गुरु नानक साहब सच्चे पातशाह उपदेश करते हैं, मनुखा जन्म दुर्लभ है। दुर्लभ उसनूं कहा जाता है जो बड़ी मुश्किल दे नाल मिले, कोई सौखा ना मिल गया होवे। महाराज दी बड़ी वाहिगुरु दी काल पुरख दी अपार कृपा होई होवे ते फिर मनुखा जन्म मिलता है। गुरु नानक साहब जी ऐओं बचन करते है तां जन्म दुर्लभ सी, पर सारे लोगों ने यह गल नहीं जानी। मानस जन्म दुलंभ गुरमुख पाया, गुरमुखा ने जानिया है कि यह दुर्लभ है, सारिया नहीं जानिया। मन तन होए चुलंभ जे सतगुर पाया, जे सतगुरु नूं यह जन्म पा जावे, गुरु के चरणों विच प्रवान हो जावे सिख, फिर मन करके भी ते तन करके भी वो चूहा चू रंग है वो ला देंदे, मजीठ रंग ला देंदे। जिसनों हजूर बाणी विच लिखते है, लाल रंग तिसको लगा जिसके वड भागा, मैला कदे ना हो भी न लागे दागा। सच्चे पातशाह ऐसा नाम दा रंग चाढ़ दिंदे है, जिहड़ा चरखड़ियां ते भी चढ़ जावे सिख वो नहीं लैंदा, आरियां नाल चीरिया जावे तां भी नहीं लैंदा, खोपरा लै जावे तां भी नहीं लैंदा। ऐसा नाम दा रंग गुरु साहब जी चाढ़ दिंदे है। सो महान कृपा गुरु की हो रही है। रब दे प्यारे कीर्तनी जथे ढाडी जथे, सो कथाकार गुरमुख प्यारे पहुंच करके हाजरी भर के संगतां नूं गुरु की सिੱਖੀ ਦਾ उपदेश दृढ़ करवाउंदे है। आप जी हुणे सरवण कर रहे सी, आई साहब भाई बलबीर सिंह जी जूके वाले जिहड़े साध संगत जी महाराज ने इन्हां ते कृपा की। दमदमी टकसाल दे विद्यार्थी है, विचर करके सिੱਖੀ का प्रचार करते हैं और चढ़दियां कला दे नाल गुरु की मर्यादा विच रह करके नरोल सिੱਖੀ का प्रचार करते। हुणे हुणे आस्ट्रेलिया जाके आए, पहला भी उत्थे हाजरी भरन गए सी। खालसा छाउणी दल बाबा विधि चंद साहब जी खालसा छाउणी जो सिੱਖੀ के प्रचार वास्ते महापुरखा ने संगत की बेनती को स्वीकार करदिया होया आस्ट्रेलिया के मैलबर्न शहर विच स्थापित की। उत्थे हाजरी भर के आए। इन्हां दे नाल ज्ञानी दलजीत सिंह जी USA वाले वो 3-4 बार जाके आए। फिर जदों समा बनता है पऊविंड धन धन बाबा दीप सिंह साहब जी का जो जन्म स्थान है, उत्थे 1 साल बाद जाके सारे सिंह टकसाल दे इकट्ठे हो के
ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਮਹਾਂਪੁਰਖਾਂ ਕੋਲ ਹੀ ਜਾ ਕੇ ਬੇਨਤੀ ਕਰਦੇ ਐ। 3-4 ਦਿਨ ਦਾ ਸਮਾਗਮ ਬੜੀ ਚੜ੍ਹਦੀਆਂ ਕਲਾ ਦੇ ਨਾਲ ਉਹਨਾਂ ਰੱਬ ਦੇ ਪਿਆਰਿਆਂ ਦੀ ਯਾਦ ਮਨਾਉਂਦੇ ਐ। ਸੋ ਵਿਚਰ ਕਰਕੇ ਸਿੱਖੀ ਦਾ ਪ੍ਰਚਾਰ ਕਰੇ, ਗੁਰੂ ਕੇ ਚਰਨਾਂ ਨਾਲ ਜੋੜੇ, ਚੜ੍ਹਦੀਆਂ ਕਲਾ ਹੋ ਰਹੀਆਂ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ। ਮੈਂ ਇੰਨੀਆਂ ਬੇਨਤੀਆਂ ਕਰਦਾ ਹੋਇਆ ਖਿਮਾ ਦਾ ਜਾਚ ਕਹਾ। ਮਹਾਂਪੁਰਖਾਂ ਨੇ 12 ਤਰੀਕ ਨੂੰ ਵਾਪਸ ਪੰਜਾਬ ਦੀ ਧਰਤੀ ਨੂੰ ਜਾਣਾ ਹੈ। ਸੰਗਤਾਂ ਖਿੱਚ ਤਾਂ ਵੈਨਕੂਵਰ ਦੀਆਂ ਕਰ ਰਹੀਆਂ, ਜਿਵੇਂ ਮਹਾਰਾਜ ਨੂੰ ਪਾਇਆ। ਸੱਚੇ ਪਾਤਸ਼ਾਹ ਜਿੱਥੇ ਜਿੱਥੇ ਹਾਜ਼ਰੀ ਭਰਾਉਣੀ ਹੈ, ਮਹਾਰਾਜ ਨੇ ਡਿਊਟੀ ਜੋ ਲਾਈ ਹੋਈ, ਸੱਚੇ ਪਾਤਸ਼ਾਹ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਡਿਊਟੀ ਲਾ ਦਿੱਤੀ ਕਿ ਸਿੱਖੀ ਦਾ ਪ੍ਰਚਾਰ ਕਰਨਾ ਹੈ, ਚੜ੍ਹਦੀਆਂ ਕਲਾ ਦੇ ਨਾਲ ਕਰਨਾ ਹੈ, ਗੁਰਧਾਮਾਂ ਦੀ ਸੇਵਾ ਕਰਾਉਣੀ ਹੈ। ਤੇ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਗੁਰੂ ਕੇ ਸਥਾਨਾਂ ਤੇ ਜਾ ਕੇ ਜੋੜ ਮੇਲਿਆਂ ਤੇ ਚੜ੍ਹਦੀ ਕਲਾ ਦੇ ਨਾਲ ਗੁਰੂ ਕੀ ਸਿੱਖੀ ਦਾ ਪ੍ਰਚਾਰ ਕਰਨਾ ਹੈ। ਸੋ ਬੇਨਤੀਆਂ ਕਰਦਿਆਂ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਿਸ਼ ਕਰਿਓ। ਮਹਾਂਪੁਰਖਾਂ ਵੱਲੋਂ ਆਏ ਹੋਏ ਸਿੰਘਾਂ ਵੱਲੋਂ ਸਾਰੀ ਸੰਗਤ ਨੂੰ ਫਤਿਹ ਹਾਜ਼ਰ ਕਰਦਾ ਹੈ। ਪ੍ਰੇਮ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।